ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਪ੍ਰੈਪਰੇਸ਼ਨ ਕਰ ਰਹੇ ਹੋ ਪੀਐਸ ਟੈਟ ਦੇ ਲਈ ਜਾਂ ਸੀ ਟੈਟ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ। ਇਹ ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਣ ਵਾਲਾ ਹੈ। ਅੱਜ ਆਪਾਂ ਕੰਟੀਨਿਊ ਕਰਦੇ ਹਾਂ ਆਪਣੇ ਇੰਗਲਿਸ਼ ਦੇ ਟੌਪਿਕ ਨੂੰ, ਜਿਹਦੇ ਵਿੱਚ ਆਪਣਾ ਫਸਟ ਟੌਪਿਕ ਜੋ ਹੈ ਕਮਿਊਨੀਕੇਸ਼ਨ ਸਕਿੱਲਸ ਉਹ ਕੰਪਲੀਟ ਹੋ ਚੁੱਕੇ ਹੈ। ਆਫਟਰ ਦੈਟ ਆਪਣਾ ਸੈਕਿੰਡ ਟੌਪਿਕ ਜੋ ਹੈ ਆਪਾਂ ਸਟਾਰਟ ਕੀਤਾ ਸੀ, ਜਿਹਦਾ ਨਾਮ ਸੀ ਟੀਚਿੰਗ ਏਡਸ। ਉਸਨੂੰ ਅੱਜ ਆਪਾਂ ਕੰਪਲੀਟ ਕਰਾਂਗੇ। ਠੀਕ ਹੈ ਜੀ, ਅੱਜ ਦਾ ਟੌਪਿਕ ਮਤਲਬ ਅੱਜ ਦੇ ਦਿਨ ਦੇ ਵਿੱਚ ਹੋਰ ਆਪਾਂ ਕਹਿ ਸਕਦੇ ਹਾਂ ਕਿ 2 ਟੌਪਿਕ ਆਪਣੇ ਇੰਗਲਿਸ਼ ਦੇ ਕੰਪਲੀਟ ਹੋ ਜਾਣਗੇ। ਇਸ ਤੋਂ ਇਲਾਵਾ ਤੁਸੀਂ ਪਲੇਲਿਸਟ ਜਾ ਕੇ ਚੈੱਕ ਕਰ ਸਕਦੇ ਹੋ। ਸਾਰੇ ਸਬਜੈਕਟਸ ਦੀ ਜੋ ਪਲੇਲਿਸਟ ਹੈ ਤੁਹਾਨੂੰ ਸਾਡੇ ਚੈਨਲ 'ਤੇ ਅਵੇਲੇਬਲ ਨਜ਼ਰ ਆਏਗੀ। CDP, ਪੰਜਾਬੀ, ਮੈਥ, ਅਗਰ ਆਪਾਂ ਗੱਲ ਕਰੀਏ ਇੰਗਲਿਸ਼, ਤਾਂ ਇਹਨਾਂ ਸਾਰਿਆਂ ਦੀ ਜੋ ਪ੍ਰੈਪਰੇਸ਼ਨ ਹੈ ਸੀਰੀਜ਼ ਹੈ ਤੁਹਾਨੂੰ ਮਿਲੇਗੀ। ਠੀਕ ਹੈ, ਪ੍ਰੋਪਰਲੀ ਸਿਲੇਬਸ ਇੱਕ ਲੈਕਚਰ ਸੀਰੀਜ਼ ਆਪਾਂ ਕਹਿ ਸਕਦੇ ਹਾਂ, ਰੈਗੂਲਰ ਲੈਕਚਰ ਸੀਰੀਜ਼ ਉਹ ਤੁਹਾਨੂੰ ਨਜ਼ਰ ਆਏਗੀ। ਤਾਂ ਹੈਲਪਫੁਲ ਹੋਏਗਾ ਇਹ ਚੈਨਲ ਤੁਹਾਡੇ ਲਈ ਅਗਰ ਤੁਸੀਂ ਵੀ PSTET ਟੈਟ ਕਰੈਕ ਕਰਨਾ ਚਾਹੁੰਦੇ ਹੋ ਤਾਂ। ਇਸ ਤੋਂ ਇਲਾਵਾ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਹੈ, ਜੇਕਰ ਹਾਲੇ ਤੱਕ ਤੁਸੀਂ ਸਾਨੂੰ ਫੋਲੋ ਨਹੀਂ ਕੀਤਾ ਇੰਸਟਾਗ੍ਰਾਮ, ਫੇਸਬੁੱਕ ਜਾਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਸਕਦੇ ਹੋ। ਹੈਲਪਫੁਲ ਹੈ ਤੁਹਾਡੇ ਲਈ। ਨੋਟਸ ਲਈ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਹਾਡਾ ਕੋਈ ਵੀ ਡਾਊਟ ਹੈ ਟੈਟ ਐਗਜ਼ਾਮ ਦੇ ਰਿਗਾਰਡਿੰਗ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ। ਤਿੰਨਾਂ ਦਾ ਜੋ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਨਜ਼ਰ ਆਏਗਾ। ਚਲੋ ਸਟਾਰਟ ਕਰਦੇ ਹਾਂ ਅੱਜ ਦੇ ਟੌਪਿਕ ਨੂੰ। ਦੇਖੋ ਟੀਚਿੰਗ ਏਡਸ ਦੇ ਜੋ ਟੌਪਿਕ ਸੀਗਾ ਆਪਾਂ ਮੋਸਟਲੀ ਉਹਦੇ ਵਿੱਚ ਟਾਈਪਸ ਸੀਗੀਆਂ ਜੋ ਟੀਚਿੰਗ ਏਡ ਦੀਆਂ ਉਹ ਕਵਰ ਕਰ ਲਈਆਂ ਸੀ ਕਿ ਕਿਹੜੀਆਂ ਟਾਈਪਸ ਹੁੰਦੀਆਂ ਨੇ ਟੀਚਿੰਗ ਏਡ ਦੀਆਂ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਇੰਪੋਰਟੈਂਸ ਕਰ ਲਈ ਸੀ ਟੀਚਿੰਗ ਏਡ ਦੀ, ਕੀ ਇੰਪੋਰਟੈਂਸ ਹੁੰਦੀ ਹੈ। ਤਾਂ ਮੋਸਟਲੀ ਜੋ ਆਪਣਾ ਹਾਫ ਤੱਕ ਸਿਲੇਬਸ ਹਾਫ ਤੱਕ ਜੋ ਟੌਪਿਕ ਆ ਉਹ ਕਵਰ ਹੋ ਗਿਆ ਸੀ। ਅੱਜ ਅੱਗੇ ਕੰਟੀਨਿਊ ਕਰਦੇ ਹਾਂ, ਜਿਹਦੇ ਵਿੱਚ ਆਪਾਂ ਪੜਾਂਗੇ ਪ੍ਰਿੰਸੀਪਲਸ ਆਫ ਟੀਚਿੰਗ ਏਡਸ ਕਿ ਪ੍ਰਿੰਸੀਪਲਸ ਕੀ ਨੇਗੇ ਟੀਚਿੰਗ ਏਡਸ ਦੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਪੜਾਂਗੇ ਕੁਝ ਟਾਈਪਸ ਬਾਰੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਤਾਂ ਪ੍ਰਿੰਸੀਪਲਸ ਦੇਖਦੇ ਹਾਂ ਕਿਹੜੇ ਨੇ ਟੀਚਿੰਗ ਏਡਸ ਦੇ। ਤਾਂ ਸਭ ਤੋਂ ਪਹਿਲਾਂ ਪ੍ਰਿੰਸੀਪਲ ਆਫ ਮੀਨਿੰਗਫੁਲ ਹੁੰਦਾ ਹੈ। ਜੋ ਟੀਚਿੰਗ ਏਡਸ ਹੁੰਦੀਆਂ ਨੇ ਮੀਨਿੰਗਫੁਲ ਹੁੰਦੀਆਂ ਨੇ ਜਾਂ ਹੋਣੀਆਂ ਚਾਹੀਦੀਆਂ ਨੇ। ਠੀਕ ਹੈ ਜੀ, ਸੈਕਿੰਡ ਆਪਣੇ ਕੋਲ ਆ ਜਾਂਦਾ ਪ੍ਰਿੰਸੀਪਲ ਆਫ ਇਫੈਕਟਿਵਨੈਸ। ਦੇਖੋ ਅਗਰ ਆਪਾਂ ਨੋਰਮਲੀ ਟੀਚਿੰਗ ਕਰ ਰਹੇ ਹਾਂ ਕਲਾਸ ਦੇ ਵਿੱਚ, ਬੁੱਕ ਪੜ੍ਹ ਰਹੇ ਨੇ ਬੱਚੇ ਜਾਂ ਫਿਰ ਆਪਾਂ ਪੜ੍ਹਾ ਰਹੇ ਹਾਂ ਇਸ ਤਰੀਕੇ ਨਾਲ ਆਪਾਂ ਬੋਲ ਕੇ ਸਮਝਾ ਰਹੇ ਹਾਂ ਜਾਂ ਜਸਟ ਰੀਡਿੰਗ ਹੋ ਰਹੀ ਹੈ, ਉਸ ਦੇ ਕੰਪੈਰੀਜ਼ਨ ਅਗਰ ਆਪਾਂ ਟੀਚਿੰਗ ਏਡਸ ਨਾਲ ਕਿਸੇ ਚੀਜ਼ ਨੂੰ ਕਿਸੇ ਟੌਪਿਕ ਨੂੰ ਪ੍ਰੋਪਰਲੀ ਸਮਝਾ ਰਹੇ ਹਾਂ ਦੈਨ ਦੈਟ ਇਜ਼ ਮੋਰ ਇਫੈਕਟਿਵ। ਠੀਕ ਹੈ ਜੀ, ਜ਼ਿਆਦਾ ਇਫੈਕਟਿਵ ਹੁੰਦਾ ਹੈ ਟੀਚਿੰਗ ਏਡਸ ਨਾਲ ਨੂੰ ਯੂਜ਼ ਕਰਕੇ ਟੀਚ ਕਰਨਾ। ਅਗਰ ਆਪਾਂ ਗੱਲ ਕਰੀਏ ਰਿਜ਼ਲਟ ਓਰੀਐਂਟਡ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ, ਤਾਂ ਤੁਸੀਂ ਇੱਥੇ ਇੱਕ ਹੋਰ ਵਰਡ ਯੂਜ਼ ਕਰ ਸਕਦੇ ਹੋ ਇਫੈਕਟਿਵਨੈਸ ਦੇ ਨਾਲ, ਰਿਜ਼ਲਟ ਓਰੀਐਂਟਡ। ਕਿਉਂਕਿ ਜਦੋਂ ਆਪਾਂ ਟੀਚਿੰਗ ਏਡਸ ਨੂੰ ਯੂਜ਼ ਕਰਦੇ ਹਾਂ ਤਾਂ ਬੱਚੇ ਥੋੜ੍ਹਾ ਜਿਹਾ ਇੰਟਰਸਟ ਲੈ ਕੇ ਸਿੱਖਦੇ ਨੇ। ਬੱਚਿਆਂ ਨੂੰ ਇੰਟਰਸਟ ਹੁੰਦੀ ਹੈ, ਕਿਊਰੀਓਸਿਟੀ ਹੁੰਦੀ ਹੈ ਕਿ ਅਸੀਂ ਹੋਰ ਜਾਣਨਾ ਹੈ ਕਿ ਇਸ ਤੋਂ ਬਾਅਦ ਕੀ ਹੋਏਗਾ। ਜਿਵੇਂ ਕਿ ਕੱਲ੍ਹ ਆਪਾਂ ਐਗਜ਼ਾਮਪਲ ਕੀਤੀ ਸੀ, ਕੋਈ ਸਟੋਰੀ ਰਿਪਰਜੈਂਟ ਕਰ ਰਹੇ ਹਾਂ, ਕਿਸੇ ਪਲੇ ਨੂੰ ਰਿਪਰਜੈਂਟ ਕਰ ਰਹੇ ਹਾਂ, ਕੋਈ ਮਤਲਬ ਐਕਟੀਵਿਟੀ ਆਪਾਂ ਕਰਵਾ ਰਹੇ ਹਾਂ ਜਾਂ ਫਿਰ ਇੱਕ ਸਟੋਰੀ ਪੜ੍ਹਨ ਦੀ ਬਜਾਏ ਉਸਨੂੰ ਬਿਲਕੁਲ ਐਜ਼ ਅ ਪਲੇ ਰਿਪਰਜੈਂਟ ਕੀਤਾ ਜਾ ਰਿਹਾ, ਤਾਂ ਬੱਚੇ ਕਿਊਰੀਓਸਿਟੀ ਨਾਲ ਉਸਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਨੇ। ਸਾਇੰਸ ਦੀ ਐਕਟੀਵਿਟੀਜ਼ ਹੋ ਰਹੀਆਂ ਨੇ, ਸਾਇੰਸ ਦੀ ਐਕਟੀਵਿਟੀਜ਼ ਅਗਰ ਆਪਾਂ ਗੱਲ ਕਰੀਏ ਤਾਂ ਬੱਚੇ ਜਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਰਿਐਕਸ਼ਨਸ ਨੂੰ ਅਗਰ ਆਪਾਂ ਮਿਲਾ ਦਿੰਦੇ ਹਾਂ ਤਾਂ ਕੀ ਰਿਜ਼ਲਟ ਨਿਕਲਦਾ ਹੈ। ਠੀਕ ਹੈ, ਤਾਂ ਉਹ ਸਾਰੀਆਂ ਚੀਜ਼ਾਂ। ਤਾਂ ਜਦੋਂ ਬੱਚਾ ਇੰਟਰਸਟ ਲੈਂਦਾ ਹੈ, ਹੋਰ ਜਾਣਨ ਦੀ ਕੋਸ਼ਿਸ਼ ਕਰਦਾ ਹੈ, ਉਸਨੂੰ ਕਿਊਰੀਓਸਿਟੀ ਹੁੰਦੀ ਆ, ਉਹ ਇੰਸਪਾਇਰ ਹੁੰਦਾ ਕਿ ਮੈਨੇ ਹੋਰ ਜਾਣਨਾ ਹੈ ਇਸ ਤੋਂ ਬਾਅਦ ਕੀ ਹੋਏਗਾ, ਤਾਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕੀ ਹੋ ਰਿਹਾ ਹੁੰਦਾ, ਸਿੱਖ ਰਿਹਾ ਹੁੰਦਾ ਹੈ। ਅਗਰ ਕੁਝ ਸਿੱਖ ਰਿਹਾ ਹੈ, ਕੁਝ ਗੇਨ ਕਰ ਰਿਹਾ ਹੈ, ਨੌਲੇਜ ਇਨਕਰੀਜ਼ ਹੋ ਰਹੀ ਹੈ ਤਾਂ ਰਿਜ਼ਲਟ ਵੀ ਇਨਕਰੀਜ਼ ਹੋਏਗਾ। ਤਾਂ ਆਪਾਂ ਕਹਿ ਸਕਦੇ ਹਾਂ ਟੀਚਿੰਗ ਏਡ ਦੇ ਨਾਲ ਜੋ ਆਪਾਂ ਕਹਿ ਸਕਦੇ ਹਾਂ ਕਿ ਰਿਜ਼ਲਟ ਓਰੀਐਂਟਡ ਵੀ ਹੁੰਦੀ ਹੈ। ਠੀਕ ਹੈ, ਇਫੈਕਟਿਵ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ। ਅੱਗੇ ਆ ਜਾਂਦਾ ਪ੍ਰਿੰਸੀਪਲ ਆਫ ਸਟਿਮੂਲੇਸ਼ਨ। ਹੁਣ ਇਹਦੇ ਵਿੱਚ ਕੀ ਹੈ, ਜਿਵੇਂ ਕਿ ਆਪਾਂ ਹੁਣੀ ਗੱਲ ਕਰ ਰਹੇ ਸੀ ਕਿ ਬੱਚੇ ਇੰਸਪਾਇਰ ਹੁੰਦੇ ਨੇ ਕੁਝ ਹੋਰ ਸਿੱਖਣ ਲਈ, ਹੋਰ ਜਾਣਨ ਲਈ, ਤਾਂ ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਬਾਹਰੋਂ ਐਨਰਜੀ ਮਿਲ ਰਹੀ ਹੈ ਤਾਂ ਕਿ ਉਹ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਲਰਨਿੰਗ ਕਰ ਸਕਣ। ਠੀਕ ਹੈ, ਤਾਂ ਇਹ ਆਪਾਂ ਪੁਆਇੰਟ ਕਹਿ ਸਕਦੇ ਕਿ ਟੀਚਿੰਗ ਏਡ ਹੈਲਪਫੁਲ ਹੁੰਦੇ ਨੇ ਤਾਂ ਕਿ ਉਹਨਾਂ ਨੂੰ ਬਾਹਰ ਤੋਂ ਐਨਰਜੀ, ਬਾਹਰ ਤੋਂ ਉਹਨਾਂ ਨੂੰ ਊਰਜਾ ਮਿਲ ਸਕੇ ਅਤੇ ਉਹ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਇੰਸਪਾਇਰ ਹੋ ਕੇ ਆਪਣੀ ਜੋ ਲਰਨਿੰਗ ਹੈ ਉਸ ਨੂੰ ਕੰਟੀਨਿਊ ਕਰ ਸਕਣ। ਇਸ ਤੋਂ ਬਾਅਦ ਆ ਜਾਂਦਾ ਜੀ ਪ੍ਰਿੰਸੀਪਲ ਆਫ ਸਿਲੈਕਸ਼ਨ। ਪ੍ਰਿੰਸੀਪਲ ਆਫ ਸਿਲੈਕਸ਼ਨ ਦੇ ਵਿੱਚ ਅਗਰ ਆਪਾਂ ਦੇਖਦੇ ਹਾਂ 3 ਟਾਈਪ ਦੀਆਂ ਟੀਚਿੰਗ ਏਡਸ ਆਪਾਂ ਨੇ ਪਿੱਛੇ ਪੜ੍ਹੀਆਂ ਸੀ, ਸਟੱਡੀ ਕਰੀਆਂ ਸੀ। ਠੀਕ ਹੈ ਜੀ, ਪ੍ਰਿੰਸੀਪਲ ਆਫ ਸਿਲੈਕਸ਼ਨ ਦਾ ਮਤਲਬ ਇਹ ਹੋ ਜਾਂਦਾ ਕਿ ਟੀਚਿੰਗ ਏਡਸ ਦੇ ਵਿੱਚ ਆਪਾਂ ਨੂੰ ਬਹੁਤ ਸਾਰੀ ਵੈਰਾਈਟੀ ਮਿਲਦੀ ਹੈ। ਆਪਾਂ ਡਿਸਾਈਡ ਕਰਨਾ ਹੁੰਦਾ ਕਿ ਫੋਰ ਐਗਜ਼ਾਮਪਲ ਆਪਾਂ ਕੋਈ ਐਕਟੀਵਿਟੀ ਕਰਵਾਉਣੀ ਹੈ ਜਾਂ ਫਿਰ ਕੋਈ ਟੌਪਿਕ ਕਲੀਅਰ ਕਰਵਾਉਣਾ ਹੈ, ਤਾਂ ਉਹਦੇ ਵਾਸਤੇ ਆਪਾਂ ਡਿਸਾਈਡ ਕਰਾਂਗੇ ਕਿ ਕਿਹੜਾ ਟੀਚਿੰਗ ਏਡ ਬੈਸਟ ਰਹੇਗਾ। ਆਡੀਓ ਬੈਸਟ ਰਹੇਗਾ, ਵਿਜ਼ੂਅਲ ਨਾਲ ਜ਼ਿਆਦਾ ਸਿੱਖਿਆ ਜਾਏਗਾ ਜਾਂ ਵੀਡੀਓ। ਤਾਂ ਇਹ ਡਿਪੈਂਡ ਕਰਦਾ, ਆਪਾਂ ਪ੍ਰੋਪਰਲੀ ਆਪਾਂ ਨੂੰ ਕੰਪੈਰੀਜ਼ਨ ਕਰਕੇ ਵਧੀਆ ਵਾਲੇ ਨੂੰ ਆਪਾਂ ਚੂਜ਼ ਕਰ ਸਕਦੇ। ਅਤੇ ਸਿਲੈਕਸ਼ਨ ਇੱਥੇ ਵੈਰਾਈਟੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਇਸ ਤੋਂ ਬਾਅਦ ਆ ਜਾਂਦਾ ਪ੍ਰਿੰਸੀਪਲ ਆਫ ਪ੍ਰੈਪਰੇਸ਼ਨ। ਦੇਖੋ ਕੋਈ ਵੀ ਟੀਚਿੰਗ ਏਡ ਅਗਰ ਆਪਾਂ ਕੋਈ ਟੌਪਿਕ ਕਲੀਅਰ ਕਰਵਾਉਣਾ ਹੈ, ਉਸ ਤੋਂ ਪਹਿਲਾਂ ਆਪਾਂ ਨੂੰ ਉਸ ਟੀਚਿੰਗ ਏਡ ਬਾਰੇ ਪੂਰੀ ਦੀ ਪੂਰੀ ਨੌਲੇਜ ਟੀਚਰ ਨੂੰ ਖੁਦ ਨੂੰ ਹੋਣੀ ਚਾਹੀਦੀ ਹੈ, ਜਾਂ ਫਿਰ ਆਪਾਂ ਇਹ ਕਹਿ ਸਕਦੇ ਕਿ ਉਸ ਬਾਰੇ ਪ੍ਰੋਪਰਲੀ ਇੱਕ ਤਿਆਰੀ ਜੋ ਹੈ ਆਪਾਂ ਨੂੰ ਕਰਨੀ ਪੈਂਦੀ ਹੈ। ਠੀਕ ਹੈ, ਅਗਰ ਕੋਈ ਪ੍ਰੈਜੈਂਟੇਸ਼ਨ ਆਪਣੇ ਬੱਚਿਆਂ ਦੇ ਨਾਲ ਸ਼ੇਅਰ ਕਰਨੀ ਹੈ, ਉਹਨਾਂ ਨੂੰ ਪ੍ਰੈਜੈਂਟੇਸ਼ਨ ਦੇ ਨਾਲ ਸਮਝਾਉਣਾ ਹੈ, ਤਾਂ ਆਪਾਂ ਨੂੰ ਪਹਿਲਾਂ ਪ੍ਰੈਜੈਂਟੇਸ਼ਨ ਤਿਆਰ ਕਰਨੀ ਪਏਗੀ ਸਮਾਰਟ ਬੋਰਡ ਦੇ ਉੱਪਰ ਜਿਵੇਂ ਵੀ ਆਪਾਂ ਉਹਨਾਂ ਨੂੰ ਟੀਚ ਕਰ ਰਹੇ ਹਾਂ। ਤਾਂ ਉੱਥੇ ਆਪਾਂ ਨੂੰ ਪੂਰੀ ਦੀ ਪੂਰੀ ਟੀਚਿੰਗ ਏਡ ਦੇ ਨਾਲ ਸੰਬੰਧਿਤ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ, ਪਲੱਸ ਉਸਦੀ ਪ੍ਰੋਪਰਲੀ ਆਪਾਂ ਨੂੰ ਪ੍ਰੈਪਰੇਸ਼ਨ ਤਿਆਰੀ ਕਰਨੀ ਪੈਂਦੀ ਹੈ।
ਨੈਕਸਟ ਅਗਰ ਆਪਾਂ ਗੱਲ ਕਰੀਏ ਪ੍ਰਿੰਸੀਪਲ ਆਫ ਫਿਜ਼ੀਕਲ ਕੰਟਰੋਲ। ਫਿਜ਼ੀਕਲ ਕੰਟਰੋਲ ਮਤਲਬ ਆਪਣੇ ਮਤਲਬ ਆਪਾਂ ਕਹਿ ਸਕਦੇ ਕਿ ਆਪਾਂ ਟੀਚਿੰਗ ਏਡਸ ਨੂੰ ਆਪਾਂ ਫਿਜ਼ੀਕਲੀ ਕੰਟਰੋਲ ਕਰਦੇ ਹਾਂ, ਠੀਕ ਹੈ, ਹੱਥਾਂ ਨਾਲ ਉਹਨੂੰ ਸੈੱਟ ਕਰਦੇ ਹਾਂ, ਤਾਂ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ ਨੇ, ਬੱਚੇ ਉਹਨਾਂ ਦਾ ਸਿੱਖਦੇ ਨੇ ਉਹਨਾਂ ਤੋਂ। ਅੱਗੇ ਆ ਜਾਂਦਾ ਫਿਜ਼ੀਕਲ ਕੰਟਰੋਲ, ਆਪਾਂ ਕਹਿ ਸਕਦੇ ਕਿ ਆਪਾਂ ਖੁਦ ਉਹਨਾਂ ਨੂੰ ਆਪਣੇ ਹੱਥਾਂ ਨਾਲ ਸੈੱਟ ਕਰਦੇ ਹਾਂ, ਆਪਣੇ ਹੱਥਾਂ ਨਾਲ ਬਣਾਉਂਦੇ ਹਾਂ, ਠੀਕ ਹੈ। ਅਤੇ ਨੈਕਸਟ ਆ ਜਾਂਦਾ ਪ੍ਰੈਜੈਂਟੇਸ਼ਨ। ਹੁਣ ਪ੍ਰੈਜੈਂਟੇਸ਼ਨ ਦੀ ਅਗਰ ਆਪਾਂ ਗੱਲ ਕਰੀਏ, ਪ੍ਰੈਜੈਂਟੇਸ਼ਨ ਕੀ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਤੁਹਾਡੇ ਕੋਲ 1 ਘੰਟੇ ਦਾ ਆਪਾਂ ਕਹਿ ਸਕਦੇ ਹਾਂ ਕਿ ਲੈਕਚਰ ਹੈ ਜਾਂ ਪੀਰੀਅਡ ਜਿਹਨੂੰ ਕਹਿੰਦੇ ਨੇ, ਲੈਕਚਰ ਹੈ, ਇਹਦੇ ਵਿੱਚ ਤੁਸੀਂ ਉਸਨੂੰ ਡਿਵਾਈਡ ਕਰੋ, ਠੀਕ ਹੈ ਜੀ। ਡਿਵਾਈਡ ਕਿਵੇਂ ਕਰੋਗੇ ਕਿ ਇੰਨਾ ਟਾਈਮ ਥਿਊਰੀ ਲਈ ਹੋਣਾ ਚਾਹੀਦਾ ਹੈ, ਉਸ ਵਿੱਚੋਂ ਇੰਨੇ ਟਾਈਮ ਦੇ ਵਿੱਚ ਕੀ ਕੀਤਾ ਜਾਏਗਾ, ਪ੍ਰੈਕਟੀਕਲ ਕੀਤਾ ਜਾਏਗਾ, ਔਰ ਇੰਨੇ ਟਾਈਮ ਦੇ ਵਿੱਚ ਕੀ ਕੀਤਾ ਜਾਏਗਾ, ਪ੍ਰੋਜੈਕਟ ਕੀਤਾ ਜਾਏਗਾ, ਠੀਕ ਹੈ ਜੀ। ਅਤੇ ਪ੍ਰੈਜੈਂਟੇਸ਼ਨ ਤਿਆਰ ਕਰਨੀ ਪੈਂਦੀ ਹੈ ਪ੍ਰੋਪਰ। ਆਪਾਂ ਕਹਿ ਸਕਦੇ ਹਾਂ ਕਿ ਡਿਵਾਈਡੇਸ਼ਨ ਕਿੰਨੇ ਟਾਈਮ ਦੇ ਵਿੱਚ ਕਿੰਨੀ ਆਪਾਂ ਕਹਿ ਦਿੰਦੇ ਹਾਂ ਕਿ ਪ੍ਰੋਜੈਕਟ ਕਰਵਾਉਣਾ ਹੈ, ਪ੍ਰੈਕਟੀਕਲ ਕਰਵਾਉਣਾ ਹੈ, ਜਾਂ ਇੰਨਾ ਟਾਈਮ ਥਿਊਰੀ ਦੇ ਉੱਪਰ ਦੇਣਾ ਹੈ, ਉਹ ਸਾਰਾ ਕੁਛ। ਨੈਕਸਟ ਅਗਰ ਆਪਾਂ ਗੱਲ ਕਰੀਏ ਰਿਸਪੌਂਸ, ਪ੍ਰਿੰਸੀਪਲ ਆਫ ਰਿਸਪੌਂਸ। ਹੁਣ ਰਿਸਪੌਂਸ ਬੱਚਿਆਂ ਦਾ ਕੀ ਹੋਏਗਾ, ਪੋਜ਼ੀਟਿਵ ਹੋਏਗਾ। ਜਿਵੇਂ ਕਿ ਬੱਚਾ ਸਿੱਖਦਾ ਹੈ, ਕਲਾਸ ਦੇ ਵਿੱਚ ਬੈਠ ਕੇ ਬੁੱਕ ਵੱਲ ਦੇਖਣ ਦੀ ਕੰਪੈਰੀਜ਼ਨ, ਉਹ ਕਿਸੇ ਚੀਜ਼ ਨੂੰ ਖੁਦ ਕਰਕੇ ਦੇਖ ਰਿਹਾ ਹੈ, ਉਸ ਐਕਟੀਵਿਟੀ ਨੂੰ ਖੁਦ ਕਰਕੇ ਦੇਖ ਰਿਹਾ ਹੈ, ਤਾਂ ਉਹ ਚਾਹੇਗਾ ਵੀ ਤਾਂ ਭੁੱਲ ਨਹੀਂ ਪਾਏਗਾ, ਠੀਕ ਹੈ ਜੀ। ਕੀ ਹੋਏਗਾ, ਵਧੀਆ ਰਿਸਪੌਂਸ ਤੁਹਾਨੂੰ ਇੱਥੇ ਨਜ਼ਰ ਆਏਗਾ ਕੰਪੇਅਰ ਅਗਰ ਆਪਾਂ ਵਿਦਾਊਟ ਟੀਚਿੰਗ ਏਡ ਟੀਚ ਕਰ ਰਹੇ ਹਾਂ ਤਾਂ ਰਿਸਪੌਂਸ ਪੋਜ਼ੀਟਿਵ ਮਿਲੇਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਪ੍ਰਿੰਸੀਪਲ ਆਫ ਇਵੈਲੂਏਸ਼ਨ। ਇਵੈਲੂਏਸ਼ਨ ਦਾ ਮਤਲਬ ਕੀ ਹੁੰਦਾ, ਅਗਲਾ ਜੋ ਟੌਪਿਕ ਹੋਏਗਾ ਆਪਣਾ ਇਵੈਲੂਏਸ਼ਨ ਹੋਏਗਾ, ਠੀਕ ਹੈ। ਇਸ ਤੋਂ ਬਾਅਦ ਨੈਕਸਟ ਟੌਪਿਕ ਆਪਾਂ ਇਵੈਲੂਏਸ਼ਨ ਹੀ ਸ਼ੁਰੂ ਕਰਾਂਗੇ। ਔਰ ਇਵੈਲੂਏਸ਼ਨ ਦੇ ਵਿੱਚ ਕੀ ਹੁੰਦਾ, ਸਾਰਾ ਆਪਾਂ ਕਹਿ ਦਿੰਦੇ ਹਾਂ ਮੁਲਾਂਕਣ ਹੁੰਦਾ, ਠੀਕ ਹੈ। ਇੱਕ ਤਰੀਕੇ ਨਾਲ ਆਪਾਂ ਇਹੀ ਕਹਿ ਸਕਦੇ ਕਿ ਰਿਜ਼ਲਟ ਦੇ ਆਪਾਂ ਡਿਪੈਂਡ ਕਰਦੇ ਹਾਂ, ਠੀਕ ਹੈ। ਤਾਂ ਉਹ ਸਾਰੀਆਂ ਚੀਜ਼ਾਂ, ਰਿਸਪੌਂਸ ਅੱਛਾ ਹੈ, ਸਿੱਖਣ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਇਵੈਲੂਏਸ਼ਨ ਵੀ ਆਪਾਂ ਨੂੰ ਪ੍ਰੋਪਰਲੀ ਗੁੱਡ ਮਿਲੇਗਾ। ਅਤੇ ਇਹ ਕੁਛ ਪ੍ਰਿੰਸੀਪਲ ਸੀਗੇ ਜੋ ਕਿ ਆਪਾਂ ਸਟੱਡੀ ਕੀਤੇ ਨੇ ਟੀਚਿੰਗ ਏਡਸ ਦੇ ਲਈ, ਸਾਰੇ ਇੰਪੋਰਟੈਂਟ ਨੇ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਤੁਹਾਡੇ ਸਾਹਮਣੇ ਡਾਇਗਰਾਮ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਵਾਲਾ, ਇਹਦੇ ਵਿੱਚ ਕੀ ਚੀਜ਼ ਹੈ, ਟੀਚਿੰਗ ਏਡ ਦੀਆਂ ਟਾਈਪਸ ਨੇ। ਹੁਣ ਟੀਚਿੰਗ ਏਡ ਦੀਆਂ ਕਿਹੜੀਆਂ ਟਾਈਪਸ ਹੁੰਦੀਆਂ ਨੇ। ਟੀਚਿੰਗ ਏਡਸ ਸਭ ਤੋਂ ਪਹਿਲਾਂ ਤਾਂ ਆਡੀਓ ਹੁੰਦਾ ਹੈ, ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਵਿਜ਼ੂਅਲ ਹੁੰਦਾ ਹੈ, ਉਹ ਵੀ ਆਪਾਂ ਨੂੰ ਪਤਾ ਹੈ, ਔਰ ਵੀਡੀਓ ਹੁੰਦਾ ਹੈ। ਇਸ ਤੋਂ ਇਲਾਵਾ ਕੁਛ, ਫੋਰ ਐਗਜ਼ਾਮਪਲ ਕੋਈ ਐਕਟੀਵਿਟੀ ਹੈ, ਆਪਾਂ ਕੋਈ ਐਕਟੀਵਿਟੀ ਬੱਚਿਆਂ ਤੋਂ ਕਰਵਾ ਰਹੇ ਹਾਂ, ਤਾਂ ਉਹ ਵੀ ਇੱਕ ਟੀਚਿੰਗ ਏਡ ਦਾ ਹੀ ਪਾਰਟ ਹੋਏਗੀ। ਸਮਝ ਰਹੇ ਹੋਣਗੇ ਤੁਸੀਂ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ, ਕਿ ਕੋਈ ਐਕਟੀਵਿਟੀ ਫੋਰ ਐਗਜ਼ਾਮਪਲ ਜਿਵੇਂ ਆਪਾਂ ਸਾਇੰਸ ਦੇ ਲੈਬ ਦੀ ਅਗਰ ਆਪਾਂ ਗੱਲ ਕਰੀਏ, ਤਾਂ ਬੱਚੇ ਖੁਦ ਆ ਕੇ ਉਹ ਐਕਟੀਵਿਟੀ ਕਰ ਰਹੇ ਨੇ, ਜੋ ਕੋਈ ਹੋਰ ਇੱਦਾਂ ਦੀ ਐਕਟੀਵਿਟੀ ਜੋ ਬੱਚੇ ਖੁਦ ਕਰਕੇ ਖੁਦ ਸਿੱਖ ਰਹੇ ਨੇ, ਤਾਂ ਉਹ ਵੀ ਕਿਹਦਾ ਪਾਰਟ ਹੋਏਗੀ, ਟੀਚਿੰਗ ਏਡ ਦਾ ਪਾਰਟ ਹੋਏਗੀ, ਠੀਕ ਹੈ ਜੀ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਪ੍ਰੋਜੈਕਟਡ ਮਤਲਬ ਕਿਸੇ ਪ੍ਰੋਜੈਕਟ ਦੇ ਥਰੂ ਉਹਨਾਂ ਨੂੰ, ਸਲਾਈਡਸ ਦੇ ਥਰੂ ਉਹਨਾਂ ਨੂੰ, ਪ੍ਰੋਜੈਕਟਰ ਦੇ ਥਰੂ ਉਹਨਾਂ ਨੂੰ ਸਿਖਾਉਣਾ। ਇੱਕ ਹੋ ਜਾਂਦੀ ਹੈ ਨੋਨ ਪ੍ਰੋਜੈਕਟਡ ਦੇ ਵਿੱਚ ਆ ਜਾਂਦਾ ਮੋਡਲ ਜਾਂ ਗਲੋਬ। ਫੋਰ ਐਗਜ਼ਾਮਪਲ ਆਪਾਂ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਇਹ ਮੋਡਲ ਬਣਾ ਕੇ ਲੈ ਕੇ ਆਓ, ਚਾਹੇ ਇਸ ਗਲੋਬ ਦੇ ਬਾਰੇ ਉਹਨਾਂ ਨੂੰ, ਤਾਂ ਮੋਡਲ ਜਦੋਂ ਉਹ ਬਣਾਉਣਗੇ, ਜਦ ਤੁਸੀਂ ਉਹਨਾਂ ਨੂੰ ਐਕਸਪਲੇਨ ਕਰੋਗੇ ਤੁਹਾਡਾ ਬਣਾਇਆ ਹੋਇਆ ਮੋਡਲ, ਤਾਂ ਤੁਸੀਂ ਜਦੋਂ ਉਹਨੂੰ ਦੱਸੋਗੇ ਤਾਂ ਇਹ ਸਾਰਾ ਕੁਝ ਕਿਹਦੇ ਵਿੱਚ ਆਉਂਦਾ, ਨੋਨ ਪ੍ਰੋਜੈਕਟਡ ਦੇ ਵਿੱਚ ਆਉਂਦਾ, ਠੀਕ ਹੈ ਜੀ। ਤਾਂ ਇਹ ਸਭ ਕੁਛ ਸੀਗੀਆਂ ਟੀਚਿੰਗ ਏਡਸ ਦੀਆਂ ਟਾਈਪ, ਜਿਹਦੇ ਵਿੱਚ ਇਹ ਤਾਂ ਤੈਨੂੰ ਆਉਣਗੇ ਆਡੀਓ, ਵਿਜ਼ੂਅਲ, ਵੀਡੀਓ, ਅਤੇ ਨਾਲ ਐਕਟੀਵਿਟੀ ਤੁਸੀਂ ਸਮਝ ਗਏ ਹੋਵੋਗੇ। ਪ੍ਰੋਜੈਕਟਡ ਹੋ ਸਕਦਾ ਅਤੇ ਨੋਨ ਪ੍ਰੋਜੈਕਟਡ ਹੋ ਸਕਦਾ। ਨੈਕਸਟ ਅਗਰ ਆਪਾਂ ਗੱਲ ਕਰੀਏ ਟੀਚਿੰਗ ਏਡ ਦੀਆਂ, ਅਗਰ ਆਪਾਂ ਡਾਇਮੈਂਸ਼ਨਸ ਦੇ ਅਕੋਰਡਿੰਗ ਦੇਖੀਏ ਤਾਂ 2 ਹੋਰ ਟਾਈਪਸ ਨੇ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਟੀਚਿੰਗ ਏਡ ਦੀਆਂ 2 ਹੋਰ ਟਾਈਪਸ ਕਿਹੜੀਆਂ ਨੇ, ਤਾਂ ਪਹਿਲੀ ਟਾਈਪ ਤਾਂ ਹੈਗੀ ਹੈ 2 ਡਾਇਮੈਂਸ਼ਨਲ, ਅਤੇ ਦੂਸਰੀ ਟਾਈਪ ਹੈਗੀ ਹੈ 3 ਡਾਇਮੈਂਸ਼ਨਲ। 2 ਡਾਇਮੈਂਸ਼ਨਲ ਕਿਹੜੀ ਹੋਗੀ, ਇਹ ਇੱਕ ਪੇਪਰ ਹੈ, ਪੇਪਰ ਦੇ ਉੱਪਰ ਆਪਾਂ ਕਿਸੇ ਚੀਜ਼ ਨੂੰ ਸਮਝਾ ਰਹੇ ਹਾਂ, ਸਰਫੇਸ ਦੇ ਉੱਪਰ ਸਮਝਾ ਰਹੇ ਹਾਂ, ਉਹ ਕੀ ਹੋ ਗਿਆ, 2 ਡਾਇਮੈਂਸ਼ਨਲ ਹੋ ਗਿਆ। ਬਟ ਅਗਰ ਆਪਾਂ ਕਿਸੇ ਚੀਜ਼ ਦੇ ਬਾਰੇ ਦੱਸ ਰਹੇ ਹਾਂ ਜੋ ਕਿ ਇਨ ਸਪੇਸ ਹੈ, ਸਕਾਈ ਹੈ, 3D ਦੇ ਵਿੱਚ ਹੈ, ਠੀਕ ਹੈ ਜੀ, ਤਾਂ ਉਹ ਕੀ ਹੋ ਜਾਏਗਾ, 3 ਡਾਇਮੈਂਸ਼ਨ ਦੇ ਵਿੱਚ ਹੋਏਗਾ। ਐਗਜ਼ਾਮਪਲ ਤੁਹਾਡੇ ਸਾਹਮਣੇ ਨੇ, ਜਿਵੇਂ ਕਿ ਪੇਪਰ ਤੇ ਸਰਫੇਸ ਦੀ ਅਗਰ ਆਪਾਂ ਗੱਲ ਕਰੀਏ, 2 ਡਾਇਮੈਂਸ਼ਨਲ ਕਿਹੜੇ ਹੋਣਗੇ, 2 ਡਾਇਮੈਂਸ਼ਨਲ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਆ ਜਾਣਗੀਆਂ ਜੋ ਕਿ ਪੇਪਰ ਜਾਂ ਸਰਫੇਸ ਦੇ ਉੱਪਰ। ਚਾਰਟ ਹੋ ਗਿਆ, ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਚਾਰਟ ਦੇ ਉੱਪਰ ਰਿਪਰੈਜ਼ੈਂਟ ਕਰਕੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹਾਂ। ਪੋਸਟਰ ਹੋ ਗਏ, ਬੈਨਰਸ ਹੋ ਗਏ, ਪਿਕਚਰਸ ਹੋ ਗਈਆਂ, ਇਹ ਸਾਰੀਆਂ ਇੱਕ ਪੇਪਰ ਦੇ ਉੱਪਰ ਨੇ, ਠੀਕ ਹੈ। ਇੱਕ ਸਰਫੇਸ 2D ਦੇ ਉੱਪਰ ਨੇ, 2D 3D ਇਹ ਤੁਹਾਨੂੰ ਪਤਾ ਹੀ ਹੋਏਗਾ ਕੀ ਹੁੰਦਾ ਹੈ ਨਾ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ 3 ਡਾਇਮੈਂਸ਼ਨ ਦੀ, ਜੋ ਚੀਜ਼ਾਂ ਸਪੇਸ ਜਾਂ ਸਕਾਈ ਦੇ ਵਿੱਚ ਹੁੰਦੀਆਂ ਨੇ, ਉਹ ਸਾਰੀਆਂ ਕੀ ਹੋਣਗੀਆਂ, 3D ਦੇ ਵਿੱਚ ਆ ਜਾਂਦਾ ਮਾਡਲ। ਕੰਪੈਰੀਜ਼ਨ ਕਰਕੇ ਦੇਖੋ ਚਾਰਟ ਅਤੇ ਮਾਡਲ 'ਚ ਕੀ ਫਰਕ ਹੈ, ਤੁਸੀਂ ਆਪੇ ਡਿਫਰੈਂਸ ਸਮਝ ਜਾਓਗੇ, ਠੀਕ ਹੈ ਜੀ। ਗਲੋਬ ਹੋ ਗਿਆ, ਠੀਕ ਹੈ, ਇਹ ਸਾਰੀਆਂ ਚੀਜ਼ਾਂ। ਅੱਗੇ ਅਗਰ ਆਪਾਂ ਗੱਲ ਕਰੀਏ, ਇਹ ਸੀਗੀਆਂ ਟੀਚਿੰਗ ਏਡਸ ਦੀਆਂ ਟਾਈਪਸ ਜੋ ਕਿ ਕੰਪਲੀਟ ਹੁੰਦੀਆਂ ਨੇ। ਇਸ ਤੋਂ ਬਾਅਦ ਆ ਜਾਂਦੀਆਂ ਨੇ ਕਿ ਕਿਹੜੀਆਂ ਵਿਸ਼ੇਸ਼ਤਾਵਾਂ ਆਪਾਂ ਕਹਿ ਸਕਦੇ ਟੀਚਿੰਗ ਏਡਸ ਦੀਆਂ, ਠੀਕ ਹੈ। ਕਰੈਕਟਰਿਸਟਿਕਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਹਮਣੇ ਹੈ ਕਿ ਟੀਚਿੰਗ ਏਡ ਕਿਵੇਂ ਦੀ ਹੋਣੀ ਚਾਹੀਦੀ ਹੈ। ਟੀਚਿੰਗ ਏਡ ਹੋਣੀ ਚਾਹੀਦੀ ਹੈ ਮੀਨਿੰਗਫੁਲ,
ਟੀਚਿੰਗ ਏਡਸ ਬਹੁਤ ਟਾਈਪ ਦੀਆਂ ਹੁੰਦੀਆਂ ਨੇ, ਠੀਕ ਹੈ। ਸਿਖਾਇਆ ਉਸ ਹਰ ਇੱਕ ਚੀਜ਼ ਤੋਂ ਜਾ ਸਕਦਾ ਹੈ, ਉਹ ਮੀਨਿੰਗਫੁਲ ਹੋਣੀ ਚਾਹੀਦੀ ਹੈ, ਮਤਲਬ ਬੱਚੇ ਉਸ ਤੋਂ ਕੁਝ ਸਿੱਖਣ। ਇਹ ਚੀਜ਼ ਆਪਾਂ ਨੂੰ ਟੀਚਿੰਗ ਏਡ ਦੇ ਵਿੱਚ ਨਜ਼ਰ ਆਉਣੀ ਚਾਹੀਦੀ ਹੈ। ਮੀਨਿੰਗਫੁਲ ਦਾ ਮਤਲਬ ਤੁਸੀਂ ਸਮਝ ਰਹੇ ਹੋਵੋਗੇ ਕਿ ਕੀ ਕਹਿਣਾ ਚਾਹੁੰਦੇ ਆ। ਸਿੰਪਲ ਹੋਣੀ ਚਾਹੀਦੀ ਹੈ, ਜ਼ਿਆਦਾ ਕੰਪਲੀਕੇਟਡ ਨਹੀਂ ਹੋਣੀ ਚਾਹੀਦੀ। ਐਵੇਂ ਨਹੀਂ ਹੋਣਾ ਚਾਹੀਦਾ ਕਿ ਟੀਚਰ ਨੂੰ ਹੀ ਨਹੀਂ ਸਮਝ ਆ ਰਿਹਾ ਕਿ ਇਸ ਨੂੰ ਕਿਸ ਤਰੀਕੇ ਨਾਲ ਯੂਜ਼ ਕੀਤਾ ਜਾਵੇ, ਜਾਂ ਬੱਚੇ ਨੂੰ ਹੀ ਨਹੀਂ ਸਮਝ ਆ ਰਿਹਾ ਕਿ ਇਸ ਐਕਟੀਵਿਟੀ ਦੇ ਥਰੂ ਸਾਨੂੰ ਸਮਝਾਇਆ ਕਿ ਜਾ ਰਿਹਾ। ਸਿੰਪਲ ਜਿਹੀ ਹੋਣੀ ਚਾਹੀਦੀ ਹੈ ਤਾਂ ਕਿ ਟੀਚਰ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਔਰ ਬੱਚੇ ਵੀ ਈਜ਼ੀਲੀ ਲਰਨਿੰਗ ਇੰਟਰਸਟਿੰਗ ਵੇ ਨਾਲ ਕਰ ਸਕਣ। ਚੀਪ ਹੋਣੀ ਚਾਹੀਦੀ ਹੈ, ਜ਼ਿਆਦਾ ਕੋਸਟਲੀ ਨਹੀਂ ਹੋਣੀ ਚਾਹੀਦੀ। ਅੱਗੇ ਅਗਰ ਆਪਾਂ ਗੱਲ ਕਰੀਏ, ਇਟ ਮਸਟ ਬੀ ਲਾਰਜ ਇਨਫ ਟੂ ਸੀਨ ਬਾਏ ਐਵਰੀਬੋਡੀ। ਹੁਣ ਕਲਾਸ ਦੇ ਵਿੱਚ 30-40 ਜਾਂ 15-20 ਜਾਂ 20-25 ਇੰਨੇ ਕੁ ਬੱਚੇ ਆਰਾਮ ਨਾਲ ਹੁੰਦੇ ਆ। ਹਰ ਇੱਕ ਬੱਚੇ ਦੇ ਨੂੰ ਉਹ ਚੀਜ਼, ਫੋਰ ਐਗਜ਼ਾਮਪਲ ਅਗਰ ਆਪਾਂ ਕੋਈ ਪ੍ਰੈਜੈਂਟੇਸ਼ਨ ਦੇ ਰਹੇ ਹਾਂ ਬੋਰਡ ਦੇ ਉੱਪਰ ਜਾਂ ਫਿਰ ਸਮਾਰਟ ਬੋਰਡ ਦੇ ਉੱਪਰ ਕੋਈ ਪ੍ਰੈਜੈਂਟੇਸ਼ਨ ਦੇ ਰਹੇ ਹਾਂ, ਤਾਂ ਉਹ ਇੰਨਾ ਕੁ ਵੱਡਾ ਹੋਣਾ ਚਾਹੀਦਾ ਹੈ ਕਿ ਹਰ ਇੱਕ ਬੱਚੇ, ਜੋ ਬੱਚੇ ਪਿੱਛੇ ਬੈਠੇ ਹਨ ਜਾਂ ਅੱਗੇ, ਤਾਂ ਹਰ ਇੱਕ ਲਈ ਉਹ ਵਿਜ਼ੀਬਲ ਹੋਵੇ। ਇੰਨਾ ਕੁ ਲਾਰਜ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਜੇ ਐਕਟੀਵਿਟੀ ਅਗਰ ਆਪਾਂ ਕੋਈ ਸਮਝਾ ਰਹੇ ਹਾਂ ਤਾਂ ਇੰਨੀ ਕੁ ਤਰੀਕੇ ਨਾਲ, ਵਧੀਆ ਤਰੀਕੇ ਨਾਲ, ਮਤਲਬ ਆਪਾਂ ਲਾਰਜ ਕਹਿ ਸਕਦੇ ਹਾਂ, ਉਸਨੂੰ ਹੋਣੀ ਚਾਹੀਦੀ ਹੈ ਕਿ ਹਰ ਇੱਕ ਬੱਚਾ ਦੇਖ ਸਕੇ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਇਟ ਸ਼ੁੱਡ ਬੀ ਹੈਂਡੀ ਟੂ ਬੀ ਕੇਅਰ ਬਾਈ ਵਨ ਟੀਚਰ। ਇੰਨੀ ਕੁ ਈਜ਼ੀਲੀ ਹੋਣੀ ਚਾਹੀਦੀ ਕਿ ਇੱਕ ਟੀਚਰ ਉਸਨੂੰ ਹੈਂਡਲ ਕਰ ਸਕੇ। ਇੰਨੀ ਜ਼ਿਆਦਾ ਲਾਰਜ ਵੀ ਨਹੀਂ ਹੋਣੀ ਚਾਹੀਦੀ ਕਿ ਸਿਰਫ ਐਕਟੀਵਿਟੀ ਨੂੰ ਲੈ ਕੇ ਆਉਣ ਲਈ ਜਾਂ ਲੈ ਕੇ ਜਾਣ ਲਈ ਜਾਂ ਉਸਨੂੰ ਸਮਝਾਉਣ ਲਈ 3 ਤੋਂ 4 ਟੀਚਰਾਂ ਦੀ ਲੋੜ ਪੈ ਰਹੀ ਹੈ, ਠੀਕ ਹੈ ਜੀ। ਤਾਂ ਇੰਨੀ ਕੁ ਨੋਰਮਲ ਹੋਣੀ ਚਾਹੀਦੀ ਕਿ ਇੱਕ ਟੀਚਰ ਉਸਨੂੰ ਹੈਂਡਲ ਕਰ ਸਕੇ, ਬੜੀ ਈਜ਼ੀਲੀ ਕਲਾਸ ਦੇ ਵਿੱਚ ਲੈ ਜਾ ਕੇ ਪੜ੍ਹਾਇਆ ਵੀ ਜਾ ਸਕੇ ਔਰ ਉਸਨੂੰ ਵਾਪਸ ਆਪਣੀ ਜਗ੍ਹਾ 'ਤੇ ਵੀ ਰੱਖਿਆ ਜਾ ਸਕੇ। ਤਾਂ ਇੱਕ ਟੀਚਰ ਕੈਨ ਬੀ, ਮਤਲਬ ਵਨ ਟੀਚਰ ਤੋਂ ਹੈਂਡਲ ਹੋ ਜਾਣੀ ਚਾਹੀਦੀ ਹੈ। ਨੈਕਸਟ ਅਗਰ ਗੱਲ ਕਰੀਏ, ਇਟ ਸ਼ੁੱਡ ਬੀ ਅਕੂਰੇਟ ਹੋਣੀ ਚਾਹੀਦੀ ਹੈ ਜੀ, ਠੀਕ ਹੈ। ਅੱਗੇ ਅਗਰ ਆਪਾਂ ਗੱਲ ਕਰੀਏ, ਰੀਅਲਿਸਟਿਕ ਹੋਣੀ ਚਾਹੀਦੀ ਹੈ, ਪ੍ਰੈਕਟੀਕਲ ਜੀ ਹੋਣੀ ਚਾਹੀਦੀ ਹੈ, ਰੀਅਲ ਜੀ ਸਿਚੁਏਸ਼ਨ ਬਣਾ ਸਕੇ, ਇੱਦਾਂ ਦੀ ਹੋਣੀ ਚਾਹੀਦੀ ਹੈ। ਔਰ ਅਗਰ ਆਪਾਂ ਗੱਲ ਕਰੀਏ, ਪ੍ਰੈਕਟੀਕਲ ਹੋਣੀ ਚਾਹੀਦੀ ਹੈ ਤਾਂ ਕਿ ਆਪਾਂ ਕਹਿ ਸਕੀਏ ਕਿ ਬਿਲਕੁਲ ਕੁਛ ਰੀਅਲ ਲਾਈਫ ਦੇ ਨਾਲ ਰਿਲੇਟ ਕਰਕੇ ਆਪਾਂ ਉਸ ਤੋਂ ਸਿੱਖ ਸਕੀਏ। ਤਾਂ ਪ੍ਰੈਕਟੀਕਲ, ਰੀਅਲਿਸਟਿਕ ਹੋਣੀ ਚਾਹੀਦੀ ਹੈ, ਐਕੂਰੇਟ ਹੋਣੀ ਚਾਹੀਦੀ ਹੈ, ਇੱਕ ਟੀਚਰ ਉਸਨੂੰ ਹੈਂਡਲ ਕਰ ਸਕੇ। ਇਸ ਤੋਂ ਇਲਾਵਾ ਅਗਰ ਆਪਾਂ ਦੇਖੀਏ, ਇੰਨਾ ਕੁ ਉਹਦਾ ਲਾਰਜ ਸਾਈਜ਼ ਹੋਣਾ ਚਾਹੀਦਾ ਕਿ ਹਰ ਇੱਕ ਬੱਚਾ ਉਸਨੂੰ ਈਜ਼ੀਲੀ ਵਿਜ਼ੀਬਲ, ਅਗਰ ਮਤਲਬ ਕਹੀਏ ਵਿਜ਼ੀਬਲ ਹੋ ਸਕੇ ਹਰ ਇੱਕ ਚਾਈਲਡ ਦੇ ਲਈ। ਚੀਪ ਹੋਣੀ ਚਾਹੀਦੀ ਹੈ, ਸਿੰਪਲ ਹੋਣੀ ਚਾਹੀਦੀ ਹੈ ਔਰ ਮੀਨਿੰਗਫੁਲ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਇੱਥੇ ਇੱਕ ਤੁਹਾਨੂੰ ਇਹ ਚੀਜ਼ ਨਜ਼ਰ ਆ ਰਹੀ ਹੋਏਗੀ, ਇਹਦਾ ਮਤਲਬ ਇਹ ਹੈ ਕਿ ਸਾਈਕੋਲੋਜਿਸਟ ਸੀ ਆਪਣੇ ਜੋਸਫ, ਠੀਕ ਹੈ, ਉਹਨਾਂ ਦੇ ਅਕੋਰਡਿੰਗ ਕਿੰਨਾ % ਆਪਾਂ ਕਿਸ ਚੀਜ਼ ਤੋਂ ਸਿੱਖਦੇ ਹਾਂ। ਟੀਚਿੰਗ ਏਡਸ ਅਗਰ ਆਪਾਂ ਗੱਲ ਕਰੀਏ, ਜੋਸਫ ਜੇ ਬੈਵਰ ਦਾ ਕਹਿਣਾ ਸੀ ਕਿ ਆਪਾਂ 40% ਆਪਾਂ ਆਪਣੇ 100% ਦੇ ਵਿੱਚੋਂ 40% ਸਿਰਫ ਤੇ ਸਿਰਫ ਦੇਖ ਕੇ ਸਿੱਖਦੇ ਹਾਂ। 40% ਆਪਾਂ ਸਿੱਖਦੇ ਹਾਂ ਸਿਰਫ ਤੇ ਸਿਰਫ ਦੇਖਣ ਨਾਲ। ਆਪਾਂ ਕੁਛ ਦੇਖ ਰਹੇ ਹਾਂ ਤਾਂ ਸਿੱਖਦੇ ਹਾਂ, ਠੀਕ ਹੈ ਜੀ। ਅਗਰ ਆਪਾਂ ਗੱਲ ਕਰੀਏ ਤਾਂ 25% ਆਪਾਂ ਸਿੱਖਦੇ ਆਂਗੇ ਆਡੀਓ ਨਾਲ, ਸੁਣ ਕੇ ਸਿੱਖਦੇ ਹਾਂ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਨੈਕਸਟ ਅਗਰ ਆਪਾਂ ਗੱਲ ਕਰੀਏ, ਉਹਨਾਂ ਦਾ ਕਹਿਣਾ ਸੀ ਕਿ ਆਪਾਂ ਫੀਲ ਕਰਕੇ ਸਿੱਖਦੇ ਹਾਂ 17%, ਟੇਸਟ ਜਾਂ ਸਮੈਲ ਕਰਕੇ ਸਿੱਖਦੇ ਹਾਂ 3%। ਉਸ ਤੋਂ ਇਲਾਵਾ ਜਿਹੜੀ ਆਪਣੀ ਫਿਜ਼ੀਕਲ ਐਕਟੀਵਿਟੀਜ਼ ਹੋ ਗਈਆਂ ਜਾਂ ਆਪਾਂ ਕੁਝ ਪ੍ਰੈਕਟੀਕਲ ਕਰ ਰਹੇ ਹਾਂ, ਖੁਦ ਕਰਕੇ ਦੇਖ ਰਹੇ ਹਾਂ, ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਕਿੰਨੀ ਹੈਲਪ ਕਰਦੀਆਂ ਨੇ ਜੀ, 15% ਹੈਲਪ ਕਰਦੀਆਂ ਨੇ। ਤਾਂ ਇਹ ਕੁਝ ਚੀਜ਼ਾਂ ਤੁਹਾਡੇ ਸਾਹਮਣੇ ਨੇ, ਠੀਕ ਹੈ। ਇਹ ਬੈਵਰ ਜੀ ਦੇ ਅਕੋਰਡਿੰਗ ਪੂਰੀ ਦੀ ਪੂਰੀ ਤੁਹਾਡੇ ਸਾਹਮਣੇ ਲਿਸਟ ਹੈ ਕਿ ਕਿੰਨੇ % ਕਿਸ ਤਰੀਕੇ ਨਾਲ ਆਪਾਂ ਸਿੱਖਦੇ ਹਾਂ। ਵਿਜ਼ੂਅਲ 40%, 40% ਆਪਾਂ ਦੇਖ ਕੇ ਸਿੱਖਦੇ ਹਾਂ, 25% ਆਪਾਂ ਸੁਣ ਕੇ ਸਿੱਖਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ 17% ਆਪਾਂ ਫੀਲ ਕਰਕੇ ਸਿੱਖਦੇ ਹਾਂ, 3% ਟੇਸਟ ਕਰਕੇ ਜਾਂ ਸਮੈਲ ਕਰਕੇ ਸਿੱਖਦੇ ਹਾਂ, ਔਰ ਬਾਕੀ ਦਾ ਜੋ 15% ਹੈ ਉਹ ਐਕਟੀਵਿਟੀਜ਼ ਦੇ ਨਾਲ, ਫਿਜ਼ੀਕਲ ਪ੍ਰੈਕਟੀਕਲ ਕਰਕੇ ਉਹ ਆਪਾਂ ਇਸ ਤਰੀਕੇ ਨਾਲ ਸਿੱਖਦੇ ਹਾਂ। ਕਲੀਅਰ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ, ਲਿਮਿਟੇਸ਼ਨਸ ਕੀ ਨੇ। ਹੁਣ ਟੀਚਿੰਗ ਏਡਸ ਦੀਆਂ ਲਿਮਿਟੇਸ਼ਨਸ ਵੀ ਹੁੰਦੀਆਂ ਨੇ। ਕੀ ਲਿਮਿਟੇਸ਼ਨਸ ਨੇ ਉਹ ਆਪਾਂ ਦੇਖਦੇ ਹਾਂ। ਹੁਣ ਕੋਸਟਲੀ ਬਹੁਤ ਹੁੰਦੀਆਂ ਨੇ ਟੀਚਿੰਗ ਏਡਸ, ਠੀਕ ਹੈ। ਕੁਛ ਸਕੂਲਸ ਨੇ ਜੋ ਕਈ ਵਾਰੀ ਅਫੋਰਡ ਨਹੀਂ ਵੀ ਕਰ ਪਾਉਂਦੇ, ਤਾਂ ਉੱਥੇ ਦਿੱਕਤ ਆ ਜਾਂਦੀ ਹੈ ਕਿ ਉਸ ਸਕੂਲ ਦੇ ਜੋ ਬੱਚੇ ਨੇ ਉਹ ਪ੍ਰੋਪਰਲੀ ਵਧੀਆ ਲਰਨਿੰਗ ਨਹੀਂ ਕਰ ਪਾਉਂਦੇ। ਤਾਂ ਇੱਥੇ ਲਿਮਿਟੇਸ਼ਨ ਦੇ ਵਿੱਚ ਆ ਜਾਂਦਾ ਕਿ ਕੋਸਟਲੀ ਹੁੰਦੀਆਂ ਨੇ। ਅਗਰ ਆਪਾਂ ਗੱਲ ਕਰੀਏ ਇੰਪਰਸਨਲ ਇਫੈਕਟ, ਠੀਕ ਹੈ ਜੀ, ਇਹਨਾਂ ਨਾਲ ਇੰਪਰਸਨਲ ਇਫੈਕਟ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਦੇ ਗਿਵ ਇੰਪਰਸਨਲ ਇਫੈਕਟ, ਉਸ ਤੋਂ ਬਾਅਦ ਆ ਜਾਂਦੇ ਸਮ ਟੈਕਨੀਕਲ ਸਕਿੱਲਸ ਰਿਕੁਆਇਰਡ। ਹੁਣ ਬਹੁਤ ਸਾਰੇ ਟੀਚਰਸ ਐਵੇਂ ਦੇ ਹੁੰਦੇ ਨੇ ਜੋ ਕਿ ਕਾਫੀ ਟਾਈਮ ਤੋਂ ਟੀਚ ਕਰ ਰਹੇ ਨੇ ਆਪਣੇ ਨੋਰਮਲ ਵੇ ਦੇ ਵਿੱਚ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਪੁਰਾਣੇ ਟੀਚਰਸ ਆਪਾਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਟੀਚਿੰਗ ਏਡਸ ਨੂੰ ਯੂਜ਼ ਕਿਸ ਤਰੀਕੇ ਨਾਲ ਕਰਨਾ ਹੈ, ਜਾਂ ਫਿਰ ਦੂਸਰੇ ਸ਼ਬਦਾਂ ਵਿੱਚ ਕਹੀਏ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਟੈਕਨੀਕ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ। ਟੈਕਨੀਕ ਅੱਜ ਦੇ ਟਾਈਮ ਦੇ ਵਿੱਚ ਬਹੁਤ ਇੰਪੋਰਟੈਂਟ ਹੈ, ਔਰ ਉਹਦੇ ਤੋਂ ਥੋੜ੍ਹਾ ਜਿਹਾ ਉਹਨਾਂ ਦੀ ਜੋ ਨੌਲੇਜ ਉਸਦੇ ਕੰਪੈਰੀਜ਼ਨ ਘੱਟ ਹੋਣ ਕਰਕੇ ਉਹ ਵਧੀਆ ਟੀਚਿੰਗ ਏਡਸ ਨੂੰ ਯੂਜ਼ ਨਹੀਂ ਕਰ ਪਾਉਂਦੇ। ਤਾਂ ਇੱਥੇ ਆਪਾਂ ਨੂੰ ਐਵੇਂ ਹੋ ਜਾਂਦਾ ਕਿ ਅਗਰ ਟੀਚਿੰਗ ਏਡਸ ਦੇ ਨਾਲ ਪੜ੍ਹਾਉਣਾ ਹੈ ਤਾਂ ਬੱਚਿਆਂ ਦੇ ਲਈ ਟੀਚਰ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੀ ਟੈਕਨੀਕਲ ਸਕਿੱਲਸ ਨੇ ਉਹ ਆਉਣੀਆਂ ਚਾਹੀਦੀਆਂ ਨੇ। ਤਾਂ ਇੱਥੇ ਇੱਕ ਕੀ ਬਣ ਜਾਂਦੀ ਹੈ, ਜ਼ਰੂਰਤ ਬਣ ਜਾਂਦੀ ਹੈ, ਠੀਕ ਹੈ ਜੀ।
ਨੈਕਸਟ ਅਗਰ ਆਪਾਂ ਗੱਲ ਕਰੀਏ ਸਮ ਟੀਚਰਸ ਯੂਜ਼ ਦੈਮ ਓਵਰ, ਕੁਛ ਟੀਚਰਸ ਨੇ ਕੁਛ ਜ਼ਿਆਦਾ ਯੂਜ਼ ਕਰਦੇ ਨੇ। ਪ੍ਰੈਕਟੀਕਲ ਕਰਵਾਉਣਾ ਜ਼ਰੂਰੀ ਹੈ, ਠੀਕ ਹੈ, ਟੀਚਿੰਗ ਏਡਸ ਨਾਲ ਵੀ ਮਤਲਬ ਬਹੁਤ ਵਧੀਆ ਸਟੱਡੀ ਹੁੰਦੀ ਹੈ, ਪਰ ਉਹਨਾਂ ਨੂੰ ਲੋੜ ਤੋਂ ਜ਼ਿਆਦਾ ਯੂਜ਼ ਨਹੀਂ ਕਰਨਾ ਚਾਹੀਦਾ। ਥਿਊਰੀ ਜਿਵੇਂ ਕਿ ਆਪਾਂ ਪਿੱਛੇ ਕਰਕੇ ਆਏ ਸੀ ਕਿ ਆਪਾਂ ਨੂੰ ਟਾਈਮ ਹੈ ਜੋ ਉਹ ਪ੍ਰੋਪਰਲੀ ਡਿਵਾਈਡ ਕਰਨਾ ਚਾਹੀਦਾ ਹੈ ਕਿ ਅਗਰ 1 ਆਵਰ ਦਾ ਪੀਰੀਅਡ ਹੈ ਤਾਂ ਉਹਦੇ ਵਿੱਚੋਂ ਕਿੰਨਾ ਟਾਈਮ ਥਿਊਰੀ ਨੂੰ ਦੇਣਾ ਹੈ, ਕਿੰਨਾ ਟਾਈਮ ਐਕਟੀਵਿਟੀ ਨੂੰ ਦੇਣਾ ਹੈ, ਜਾਂ ਫਿਰ ਇੱਕ ਵੀਕ ਦੇ ਵਿੱਚੋਂ ਕਿੰਨੇ ਦਿਨ ਐਕਟੀਵਿਟੀਜ਼ ਦੇ ਨਾਲ ਸਿਖਾਇਆ ਜਾਣਾ ਚਾਹੀਦਾ ਹੈ, ਕਿੰਨਾ ਟਾਈਮ ਥਿਊਰੀ, ਕਿੰਨਾ ਟਾਈਮ ਪ੍ਰੈਕਟੀਕਲ, ਉਹ ਸਾਰਾ ਕੁਝ ਪ੍ਰੋਪਰਲੀ ਇਕੁਅਲੀ ਡਿਵਾਈਡ ਹੋਣਾ ਚਾਹੀਦਾ ਹੈ। ਸਿਰਫ ਟੀਚਿੰਗ ਏਡਸ ਨੂੰ ਯੂਜ਼ ਕਰਾਂਗੇ ਤਾਂ ਫਿਰ ਜੋ ਆਪਣੀ ਲੈਂਗੁਏਜ ਹੈ, ਲਿਖਣਾ ਪੜ੍ਹਨਾ, ਉਹਦੇ ਵਿੱਚ ਥੋੜ੍ਹੀ ਬਹੁਤ ਕਮੀ ਦੇਖਣ ਨੂੰ ਮਿਲ ਸਕਦੀ ਹੈ। ਅਤੇ ਕੁਛ ਟੀਚਰਸ ਇਹਨਾਂ ਨੂੰ ਓਵਰ ਯੂਜ਼ ਕਰਦੇ ਨੇ ਵਿਚ ਇਜ਼ ਆਲਸੋ ਅ ਨੈਗੇਟਿਵ ਪੁਆਇੰਟ, ਠੀਕ ਹੈ ਜੀ। ਤਾਂ ਇਹ ਕੁਛ ਲਿਮਿਟੇਸ਼ਨ ਸੀਗੀਆਂ ਜੋ ਕਿ ਤੁਹਾਡੇ ਸਾਹਮਣੇ ਨੇ ਟੀਚਿੰਗ ਏਡਸ ਨੂੰ ਯੂਜ਼ ਕਰਨ ਦੀਆਂ। ਇੱਥੇ ਜੋ ਆਪਣਾ ਟੌਪਿਕ ਆ ਉਹ ਕੰਪਲੀਟ ਹੁੰਦਾ। ਅਤੇ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ, ਅਗਰ ਤੁਹਾਡੇ ਕੋਲ ਕੁਐਸਚਨ ਆ ਜਾਂਦਾ ਕਿ ਦੁਨੀਆ ਦੀ ਬੈਸਟ ਟੀਚਿੰਗ ਏਡ ਕਿਹੜੀ ਹੈ, ਤਾਂ ਦੁਨੀਆ ਦੀ ਬੈਸਟ ਟੀਚਿੰਗ ਏਡ ਟੀਚਰ ਖੁਦ ਹੁੰਦਾ ਹੈ, ਠੀਕ ਹੈ। ਅਗਰ ਆਪਸ਼ਨ ਦੇ ਵਿੱਚ ਤੁਹਾਡੇ ਕੋਲ ਟੀਚਰ ਵੀ ਹੈ ਤਾਂ ਟੀਚਰ ਇਟਸੈਲਫ ਇਜ਼ ਅ ਬੈਸਟ ਟੀਚਿੰਗ ਏਡ ਫॉर ਸਟੂਡੈਂਟਸ, ਠੀਕ ਹੈ ਜੀ। ਤਾਂ ਇਹ ਥੋੜ੍ਹਾ ਧਿਆਨ ਵਿੱਚ ਰੱਖਿਓ। ਅਗਰ ਆਪਾਂ ਗੱਲ ਕਰੀਏ ਤਾਂ ਇਹ ਕੁਝ ਟੌਪਿਕ ਸੀਗੇ ਜੋ ਤੁਹਾਡੇ ਨਾਲ ਆਪਾਂ ਕੰਪਲੀਟ ਕੀਤਾ। ਅੱਜ ਟੀਚਿੰਗ ਏਡਸ ਦਾ ਜੋ ਟੌਪਿਕ ਸੀਗਾ ਉਹ ਪੂਰਾ ਦਾ ਪੂਰਾ ਕੰਪਲੀਟ ਹੋ ਗਿਆ। ਇਸ ਤੋਂ ਬਾਅਦ ਜੋ ਨੈਕਸਟ ਟੌਪਿਕ ਹੈ ਉਹ ਹੈ ਇਵੈਲੂਏਸ਼ਨ ਨੂੰ ਸਟਾਰਟ ਕਰਾਂਗੇ, ਕੰਟੀਨਿਊ ਕਰਾਂਗੇ ਪ੍ਰੋਪਰਲੀ, ਠੀਕ ਹੈ। ਤਾਂ ਅੱਜ ਥੋੜ੍ਹਾ ਜਿਹਾ ਓਵਰਵਿਊ ਲੈ ਲੈਂਦੇ ਕਿ ਅੱਜ ਆਪਾਂ ਕੀ ਸਟੱਡੀ ਕੀਤਾ। ਤਾਂ ਪ੍ਰਿੰਸੀਪਲਸ ਆਫ ਟੀਚਿੰਗ ਏਡਸ ਆਪਾਂ ਦੇਖਿਆ ਕਿ ਕਿਹੜੇ ਕਿਹੜੇ ਪ੍ਰਿੰਸੀਪਲਸ ਹੁੰਦੇ ਨੇ। ਪ੍ਰਿੰਸੀਪਲ ਆਫ ਮੀਨ, ਇਫੈਕਟਿਵਨੈਸ, ਠੀਕ ਹੈ ਜੀ। ਬਾਹਰ ਤੋਂ ਆਪਾਂ ਨੂੰ ਐਨਰਜੀ ਮਿਲਦੀ ਹੈ, ਸਿਲੈਕਸ਼ਨ ਹੋ ਗਿਆ, ਪ੍ਰੈਪਰੇਸ਼ਨ ਹੋ ਗਿਆ, ਫਿਜ਼ੀਕਲ ਕੰਟਰੋਲ, ਇਹ ਸਾਰੇ ਆਪਾਂ ਨੇ ਕੀ ਕੀਤੇ ਡਿਟੇਲ ਦੇ ਵਿੱਚ ਡਿਸਕਸ ਕੀਤੇ। ਟੀਚਿੰਗ ਏਡਸ ਦੀਆਂ ਟਾਈਪਸ ਆਪਾਂ ਦੇਖੀਆਂ, ਇਹ ਤਿੰਨੋਂ ਬਾਰੇ ਤਾਂ ਆਪਾਂ ਨੂੰ ਪੂਰੀ ਨੌਲੇਜ ਹੈ ਕਿਉਂਕਿ ਆਪਾਂ ਕੱਲ੍ਹ ਵੀ ਸਟੱਡੀ ਕੀਤੀਆਂ ਸੀ। ਅਤੇ ਐਕਟੀਵਿਟੀ ਹੋ ਜਾਂਦੀ ਹੈ ਪ੍ਰੋਜੈਕਟਡ ਅਤੇ ਨੋਨ ਪ੍ਰੋਜੈਕਟਡ। 2 ਡਾਇਮੈਂਸ਼ਨਲ 3 ਡਾਇਮੈਂਸ਼ਨਲ ਦੇ ਵਿੱਚ ਡਿਫਰੈਂਸ ਕਵਰ ਕੀਤਾ, ਠੀਕ ਹੈ ਜੀ। ਆਪਾਂ ਕਹਿ ਸਕਦੇ ਕਿ ਟੀਚਿੰਗ ਏਡ ਕਿਸ ਤਰੀਕੇ ਦੀਆਂ ਹੁੰਦੀਆਂ ਨੇ ਜਾਂ ਹੋਣੀਆਂ ਚਾਹੀਦੀਆਂ ਨੇ। ਅਤੇ ਉਸ ਤੋਂ ਬਾਅਦ ਆ ਜਾਂਦੀਆਂ ਨੇ ਕੁਛ ਲਿਮਿਟੇਸ਼ਨਸ ਵੀ ਆ ਜਾਂਦੀਆਂ ਨੇ ਜਿਹਦੇ ਕਰਕੇ ਟੀਚਿੰਗ ਏਡ ਓਵਰ ਯੂਜ਼ ਕਰਨ ਦੇ ਆਪਾਂ ਕਹਿ ਸਕਦੇ ਕਿ ਨੁਕਸਾਨ ਵੀ ਹੁੰਦੇ ਨੇ, ਠੀਕ ਹੈ। ਅਤੇ ਇਹ ਸਾਰਾ ਕੁਛ ਆਪਾਂ ਡਿਟੇਲ ਦੇ ਵਿੱਚ ਦੇਖਿਆ। ਇਹਦੇ ਨਾਲ ਹੀ ਆਪਣਾ ਜੋ ਸੈਕਿੰਡ ਟੌਪਿਕ ਹੈ ਇੰਗਲਿਸ਼ ਦਾ, ਉਹ ਕੀ ਹੁੰਦਾ ਹੈ, ਕੰਪਲੀਟ ਹੁੰਦਾ ਹੈ ਉਹਨਾਂ ਸਟੂਡੈਂਟਸ ਲਈ ਜੋ PSTET ਦੀ ਪ੍ਰੈਪਰੇਸ਼ਨ ਕਰ ਰਹੇ ਨੇ, PSTET ਦੀ ਤਿਆਰੀ ਕਰ ਰਹੇ ਨੇ। ਤਾਂ ਤੁਹਾਡਾ ਇੰਗਲਿਸ਼ ਦੇ 2 ਟੌਪਿਕ ਨੇ ਜੋ ਕੰਪਲੀਟ ਹੁੰਦੇ ਨੇ। ਇਸ ਤੋਂ ਬਾਅਦ ਆਪਾਂ 3rd ਟੌਪਿਕ ਨੂੰ ਸਟਾਰਟ ਕਰਾਂਗੇ ਜਿਹਦਾ ਨਾਮ ਹੈ ਜੀ ਇਵੈਲੂਏਸ਼ਨ ਨੂੰ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ, ਠੀਕ ਹੈ ਜੀ। ਤਾਂ ਜੇਕਰ ਤੁਹਾਨੂੰ ਵਧੀਆ ਲੱਗਿਆ ਵੀਡੀਓ, ਸਭ ਤੋਂ ਪਹਿਲਾਂ ਤਾਂ ਇਸ ਨੂੰ ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ, ਠੀਕ ਹੈ। ਉਸ ਤੋਂ ਬਾਅਦ ਲਾਈਕ ਜ਼ਰੂਰ ਕਰੋ ਇਸ ਵੀਡੀਓ ਨੂੰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ, ਹੈਲਪਫੁਲ ਹੋਏਗਾ ਤੁਹਾਡੇ ਲਈ, ਠੀਕ ਹੈ। ਪੂਰਾ ਦਾ ਪੂਰਾ ਇੱਕ ਤਰੀਕੇ ਨਾਲ ਆਪਾਂ ਇਹ ਕਹਿ ਸਕਦੇ ਕਿ ਫ੍ਰੀ ਆਫ ਕੋਸਟ ਕੋਰਸ ਤੁਹਾਨੂੰ ਮਿਲ ਰਿਹਾ ਹੈ। ਤਾਂ ਪੂਰੀ ਤਿਆਰੀ ਦੀ ਕਰੋਗੇ, ਇੰਨਾ ਕਰ ਲਓ, ਸਫੀਸ਼ੀਐਂਟ ਹੋਏਗਾ, ਠੀਕ ਹੈ। ਬਾਕੀ MCQs ਦੇਖਦੇ ਹਾਂ, ਸਿਲੇਬਸ ਕੰਪਲੀਟ ਹੋਣ ਤੋਂ ਬਾਅਦ ਸਟਾਰਟ ਕਰਾਂਗੇ। ਬਾਕੀ ਡਿਪੈਂਡ ਕਰਦਾ ਹੈ ਪੇਪਰ ਦੇ ਉੱਪਰ ਕਿ ਕਦੋਂ ਤੱਕ ਆਏਗਾ, ਠੀਕ ਹੈ ਜੀ। ਤਾਂ ਅੱਜ ਲਈ ਬਸ ਇੰਨਾ ਹੀ। ਨੈਕਸਟ ਟੌਪਿਕ ਅਗਲੀ ਵੀਡੀਓ 'ਚ ਸਟਾਰਟ ਕਰਾਂਗੇ। ਥੈਂਕ ਯੂ।